ਡਾਕਟਰ ਅਮਰਜੀਤ ਕੌਰ ਸੰਧੂ ਦੀ ਕਿਤਾਬ ਜਾਪਾਨ ਵਿੱਚ ਜਨਜੀਵਨ ਅਤੇ ਸਿੱਖਿਆ ਦਾ ਮੇਰਾ ਅਨੁਭਵ ਦਾ ਅਗਲਾ ਭਾਗ 2। ਅਗਲੇ ਦਿਨ 9 ਅਕਤੂਬਰ ਸਵੇਰੇ ਡਿਪਾਰਟਮੈਂਟ ਵਿੱਚ ਜਾ ਕੇ ਡਾਕਟਰ ਈਟੋ ਨੇ ਮੈਨੂੰ ਮੇਰੇ ਰਿਸਰਚ ਵਰਕ ਤੋਂ ਜਾਣੂ ਕਰਵਾਇਆ ਅਤੇ ਮੈਂ ਕੁਝ ਨਵੇਂ ਇੰਸਟਰੂਮੈਂਟਸ ਨੂੰ ਹੈਂਡਲ ਕਰਨ ਦੀ ਪ੍ਰੈਕਟਿਸ ਕੀਤੀ। 10 ਅਕਤੂਬਰ ਦਾ ਦਿਨ ਜਾਪਾਨ ਵਿੱਚ ਹੈਲਥ ਐਂਡ ਸਪੋਰਟਸ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਕਰਕੇ ਉਸ ਦਿਨ ਜਾਪਾਨ ਵਿੱਚ ਛੁੱਟੀ ਹੁੰਦੀ ਹੈ। ਉਸ ਦਿਨ ਡਾਕਟਰ ਈਟੋ ਮੈਨੂੰ ਆਰਟ ਦਾ ਇੱਕ ਨੈਸ਼ਨਲ ਮਿਊਜ਼ੀਅਮ ਦਿਖਾ ਕੇ ਲਿਆਏ। ਉੱਥੇ ਹੀ ਐਕਸਪੋ 76 ਲੱਗੀ ਸੀ, ਇਸ ਕਰਕੇ ਉਸ ਨੂੰ ਐਕਸਪੋ ਗਾਰਡਨ ਐਂਡ ਮਿਊਜ਼ੀਅਮ ਵੀ ਕਹਿੰਦੇ ਹਨ। 11 ਅਕਤੂਬਰ ਤੋਂ ਰੋਜ਼ਾਨਾ ਜ਼ਿੰਦਗੀ ਸ਼ੁਰੂ ਹੋ ਗਈ। ਸਵੇਰੇ 9 ਵਜੇ ਯੂਨੀਵਰਸਿਟੀ ਪਹੁੰਚ ਕੇ ਰਾਤ ਦੇ 8:30 ਜਾਂ 9 ਵਜੇ ਤੱਕ ਵਾਪਸ ਘਰ ਆਉਂਦੀ ਸੀ। 14 ਤਰੀਕ ਨੂੰ ਮੈਂ ਆਪਣੇ ਅਪਾਰਟਮੈਂਟ ਵਿੱਚ ਸ਼ਿਫਟ ਕਰ ਗਈ। ਜਾਪਾਨੀ ਭਾਸ਼ਾ ਸਿੱਖਣ ਲਈ 1-2 ਕਿਤਾਬਾਂ ਅਤੇ ਕੈਸੇਟਸ ਵੀ ਖਰੀਦ ਰਹੀਆਂ। ਗੱਡੀ ਵਿੱਚ ਆਉਂਦਿਆਂ ਜਾਂਦਿਆਂ ਜਾਪਾਨੀ ਭਾਸ਼ਾ ਦੀਆਂ ਕਿਤਾਬਾਂ ਪੜ੍ਹਦੀ ਜਾਂ ਫਿਰ ਕੰਨ ਵਿੱਚ ਵਾਕਮੈਨ ਲਗਾ ਕੇ ਜੈਪਨੀਜ਼ ਪ੍ਰੋਨਾਂਸੀਏਸ਼ਨ ਦੀ ਪ੍ਰੈਕਟਿਸ ਕਰਦੀ। ਜਾਪਾਨ ਵਿੱਚ ਬੱਸ ਜਾਂ ਗੱਡੀ ਵਿੱਚ ਬੈਠਿਆਂ ਕਦੇ ਕਿਸੇ ਨੂੰ ਕਿਸੇ ਨਾਲ ਗੱਲਬਾਤ ਕਰਦੇ ਨਹੀਂ ਦੇਖਿਆ। ਸਾਰੇ ਆਪਣੇ ਆਪ ਵਿੱਚ ਮਸਤ ਰਹਿੰਦੇ ਸਨ, ਜਾਂ ਤਾਂ ਕੋਈ ਨਾ ਕੋਈ ਕਿਤਾਬ ਜਾਂ ਅਖਬਾਰ ਪੜ੍ਹਦੇ ਹਨ ਜਾਂ ਫਿਰ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹਨ। ਬੱਸਾਂ ਅਤੇ ਗੱਡੀਆਂ ਦਾ ਸਭ ਤੋਂ ਵਧੀਆ ਸਿਸਟਮ ਇਹ ਹੈ ਕਿ ਹਰ ਇੱਕ ਬੱਸ ਅਤੇ ਗੱਡੀ ਵਿੱਚ ਇੱਕ ਰਿਕਾਰਡਡ ਕੈਸੇਟ ਲਗਾਈ ਹੁੰਦੀ ਹੈ। ਗੱਡੀ ਵਿੱਚ ਕੰਡਕਟਰ ਹਰ ਇੱਕ ਸਟੇਸ਼ਨ ਆਉਣ ਤੋਂ ਪਹਿਲਾਂ ਰਿਕਾਰਡਰ ਦਾ ਬਟਨ ਦਬਾ ਕੇ ਇਹ ਅਨਾਉਂਸ ਕਰ ਦਿੰਦਾ ਹੈ ਕਿ ਅੱਗੇ ਕਿਹੜਾ ਸਟੇਸ਼ਨ ਆਉਣਾ ਹੈ ਅਤੇ ਉੱਥੇ ਗੱਡੀ ਕਿੰਨੀ ਦੇਰ ਰੁਕੇਗੀ। ਜੇ ਉੱਥੋਂ ਕਿਸੇ ਨੇ ਕੋਈ ਗੱਡੀ ਬਦਲਣੀ ਹੋਵੇ ਤਾਂ ਉਸ ਬਾਰੇ ਵੀ ਦੱਸਿਆ ਜਾਂਦਾ ਹੈ ਕਿ ਸ਼ਹਿਰਲੀ ਗੱਡੀ ਕਿਸ ਪਲੇਟਫਾਰਮ ਤੋਂ ਮਿਲੇਗੀ। ਇਹ ਸਾਰੀ ਜਾਣਕਾਰੀ ਚਲਦੀ ਗੱਡੀ ਵਿੱਚ ਹੀ ਮਿਲਦੀ ਰਹਿੰਦੀ ਹੈ। ਜਾਪਾਨੀ ਭਾਸ਼ਾ ਦੀ ਸਭ ਤੋਂ ਜ਼ਿਆਦਾ ਮਿਠਾਸ ਮੈਨੂੰ ਸਟੇਸ਼ਨ ਜਾਂ ਬੱਸ ਸਟਾਪ 'ਤੇ ਖੜਿਆਂ ਹੁੰਦੀ ਸੀ। ਜਦੋਂ ਹੀ ਬੱਸ ਜਾਂ ਗੱਡੀ ਸਟੇਸ਼ਨ 'ਤੇ ਆਉਂਦੀ ਤਾਂ ਉਸੇ ਵੇਲੇ ਇਹ ਅਨਾਉਂਸਮੈਂਟ ਹੁੰਦੀ ਹੈ ਕਿ ਮੁਆਫ਼ ਕਰਨਾ, ਤੁਹਾਨੂੰ ਇੰਨੀ ਦੇਰ ਤੱਕ ਇੰਤਜ਼ਾਰ ਕਰਨੀ ਪਈ। ਜਦੋਂ ਕਿ ਇੰਤਜ਼ਾਰ ਕਦੇ ਕਰਨੀ ਹੀ ਨਹੀਂ ਪਈ ਸੀ। ਗੱਡੀਆਂ ਤਾਂ ਬਿਲਕੁਲ ਸਮੇਂ ਸਿਰ ਆਉਂਦੀਆਂ ਸਨ। ਬਸ ਕਦੇ-ਕਦੇ ਜ਼ਿਆਦਾ ਟ੍ਰੈਫਿਕ ਹੋਣ ਕਰਕੇ 1-2 ਮਿੰਟ ਲੇਟ ਹੋ ਜਾਂਦੀ ਸੀ। ਗੱਡੀ ਵਿੱਚ ਬੈਠਿਆਂ ਮੈਨੂੰ ਹਿੰਦੁਸਤਾਨ ਦੀ ਯਾਦ ਬਹੁਤ ਜ਼ਿਆਦਾ ਆਉਂਦੀ ਸੀ। ਮੈਂ ਸੋਚਦੀ ਕਿ ਸਾਡੇ ਦੇਸ਼ ਵਿੱਚ ਕਦੇ ਵੀ ਕੋਈ ਗੱਡੀ ਟਾਈਮ ਸਿਰ ਨਹੀਂ ਆਉਂਦੀ, ਤਾਂ ਵੀ ਕਦੇ ਕਿਸੇ ਨੇ ਅਜਿਹਾ ਕੋਈ ਵਾਕ ਨਹੀਂ ਬੋਲਿਆ ਕਿ ਅਸੀਂ ਮਾਫ਼ੀ ਚਾਹੁੰਦੇ ਹਾਂ। ਸਾਡੀਆਂ ਬੱਸਾਂ ਵਿੱਚ ਡਰਾਈਵਰ ਕੈਸੇਟਸ ਆਮ ਚਲਾਉਂਦੇ ਹਨ, ਪਰ ਫਰਕ ਸਿਰਫ ਇਹ ਹੈ ਕਿ ਸਾਡੇ ਦੇਸ਼ ਵਿੱਚ ਬੱਸਾਂ ਵਿੱਚ ਘਟੀਆ ਤੋਂ ਘਟੀਆ ਗਾਣੇ ਵਜਾਏ ਜਾਂਦੇ ਹਨ, ਪਰ ਉੱਥੇ ਕੰਮ ਦੀ ਅਨਾਉਂਸਮੈਂਟ ਲਈ ਕੈਸੇਟ ਲਗਾਈ ਜਾਂਦੀ ਹੈ। ਕਦੇ ਕਿਸੇ ਬੱਸ ਜਾਂ ਗੱਡੀ ਦੀ ਸੀਟ ਵਿੱਚੋਂ ਸਪੰਜ ਨਿਕਲਿਆ ਨਹੀਂ ਸੀ ਦੇਖਿਆ। ਗੱਡੀਆਂ ਬੱਸਾਂ ਆਦਿ ਦੀ ਸਫਾਈ ਰੱਖਣਾ ਸਵਾਰੀਆਂ ਆਪਣਾ ਫਰਜ਼ ਸਮਝਦੀਆਂ ਹਨ। ਜੇ ਕਦੇ ਬੱਚਾ ਸੀਟ 'ਤੇ ਖੜ੍ਹਾ ਹੋਣ ਦੀ ਜ਼ਿੱਦ ਕਰੇ ਤਾਂ ਮਾਂ ਹਮੇਸ਼ਾ ਉਸ ਦੇ ਜੁੱਤੇ ਉਤਾਰ ਕੇ ਫਿਰ ਸੀਟ 'ਤੇ ਖੜ੍ਹਾ ਕਰਦੀ ਹੈ ਤਾਂ ਕਿ ਜੁੱਤੀਆਂ ਨਾਲ ਸੀਟ ਗੰਦੀ ਨਾ ਹੋ ਜਾਵੇ। ਸਾਡੇ ਲੋਕ ਪਤਾ ਨਹੀਂ ਇਹੋ ਜਿਹੀਆਂ ਗੱਲਾਂ ਕਦੋਂ ਸਿੱਖਣਗੇ। ਮੈਂ ਜਾਪਾਨੀ ਜ਼ਿੰਦਗੀ ਵਿੱਚ ਬਹੁਤ ਜਲਦੀ ਐਡਜਸਟ ਕਰ ਗਈ ਸੀ। ਕਦੇ ਵੀ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਆਈ। ਜਾਪਾਨ ਵਿੱਚ ਮੇਰੇ 1.5 ਸਾਲ ਦੇ ਸਟੇ ਦੇ ਦੌਰਾਨ ਮੈਂ ਜੋ ਕੁਝ ਉਸ ਦੇਸ਼ ਵਿੱਚ ਦੇਖਿਆ ਤੇ ਮਹਿਸੂਸ ਕੀਤਾ, ਉਸ ਦਾ ਸਾਰ-ਅੰਸ਼ ਅਗਲੇ ਕੁਝ ਸਫ਼ਿਆਂ ਵਿੱਚ ਕੀਤਾ ਗਿਆ। ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਵੇਗਾ ਅਤੇ ਇਹ ਇੱਕ ਐਡਵਾਂਸਡ ਕੰਟਰੀ ਬਾਰੇ ਤੁਹਾਡੇ ਗਿਆਨ ਵਿੱਚ ਵਾਧਾ ਕਰੇਗਾ। ਰਿਸਰਚ ਵਰਕ। ਜਾਪਾਨ ਵਿੱਚ 1.5 ਸਾਲ ਦੇ ਵਜ਼ੀਫੇ ਦੌਰਾਨ ਮੈਂ ਮੱਛੀ ਕਾਰਪ ਦੇ ਦਿਮਾਗ ਦੇ ਇੱਕ ਹਿੱਸੇ ਬਲਬੂਲਾ ਸੈਰੀਬੈਲੀ 'ਤੇ ਕੰਮ ਕੀਤਾ। ਬਲਬੂਲਾ ਸੈਰੀਬੈਲੀ ਸਿਰਫ ਮੱਛੀ ਦੇ ਦਿਮਾਗ ਵਿੱਚ ਹੀ ਹੁੰਦਾ ਹੈ। ਦਿਮਾਗ ਦੇ ਇਸ ਹਿੱਸੇ ਦੇ ਸਹੀ ਕੰਮ ਦਾ ਅਜੇ ਤੱਕ ਗਿਆਨ ਨਹੀਂ ਹੋ ਸਕਿਆ। ਬਲਬੂਲਾ ਸੈਰੀਬੈਲੀ ਸੈਰੀਬੈਲਮ ਦਾ ਹੀ ਇੱਕ ਹਿੱਸਾ ਹੈ। ਇਸ ਦਾ ਆਕਾਰ ਅਤੇ ਢਾਂਚਾ, ਸਾਈਜ਼ ਐਂਡ ਸ਼ੇਪ ਹਰ ਇੱਕ ਮੱਛੀ ਵਿੱਚ ਵੱਖਰੀ ਕਿਸਮ ਦਾ ਹੀ ਹੁੰਦਾ ਹੈ। ਮੈਂ ਕਾਰਪ ਦੇ ਬਲਬੂਲਾ ਸੈਰੀਬੈਲੀ ਦੇ ਸੈੱਲਾਂ, ਨਿਊਰੋਨਸ ਦੀ ਕਲਾਸੀਫਿਕੇਸ਼ਨ ਕੀਤੀ ਤੇ ਫਿਰ ਬਲਬੂਲਾ ਸੈਰੀਬੈਲੀ ਦਾ ਸਹੀ ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਸਥਾਰਪੂਰਵਕ ਹਾਲ ਮੇਰੇ ਰਿਸਰਚ ਪੇਪਰ ਵਿੱਚ ਹੈ, ਜੋ ਕਿ ਇੱਕ ਇੰਟਰਨੈਸ਼ਨਲ ਜਰਨਲ ਬ੍ਰੇਨ ਰਿਸਰਚ ਵਿੱਚ ਜਲਦੀ ਹੀ ਛਪ ਕੇ ਆ ਰਿਹਾ ਹੈ। ਜਾਪਾਨ ਦਾ ਵਿਦਿਅਕ ਢਾਂਚਾ। ਜਾਪਾਨ ਦੇ ਵਿਦਿਅਕ ਢਾਂਚੇ ਵਿੱਚ 6 ਸਾਲਾਂ ਦੀ ਮੁੱਢਲੀ ਯਾਨੀ ਐਲੀਮੈਂਟਰੀ ਸਿੱਖਿਆ, 3 ਸਾਲਾ ਜੂਨੀਅਰ ਹਾਈ ਸਕੂਲ, 3 ਸਾਲਾ ਸੀਨੀਅਰ ਹਾਈ ਸਕੂਲ, 4 ਸਾਲਾ ਅੰਡਰ ਗ੍ਰੈਜੂਏਟ ਅਤੇ 5 ਸਾਲਾ ਗ੍ਰੈਜੂਏਟ ਕੋਰਸ ਹੈ। ਮੁੱਢਲੀ ਸਿੱਖਿਆ ਤੋਂ ਪਹਿਲਾਂ ਕਿੰਡਰਗਾਰਟਨ ਵੀ ਹਨ। 5 ਸਾਲਾ ਟੈਕਨੀਕਲ ਕਾਲਜ ਹਨ, ਜਿਨ੍ਹਾਂ ਵਿੱਚ ਜੂਨੀਅਰ ਹਾਈ ਸਕੂਲ ਤੋਂ ਬਾਅਦ
ਦਾਖਲਾ ਮਿਲਦਾ ਹੈ। 2 ਸਾਲਾ ਜੂਨੀਅਰ ਕਾਲਜ ਵੀ ਹਨ ਜਿਨ੍ਹਾਂ ਵਿੱਚ ਸੀਨੀਅਰ ਹਾਈ ਸਕੂਲ ਤੋਂ ਬਾਅਦ ਦਾਖਲਾ ਮਿਲਦਾ ਹੈ। ਹਰ ਇੱਕ ਬੱਚਾ 6 ਸਾਲਾਂ ਦੀ ਉਮਰ ਤੋਂ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੁੰਦਾ ਹੈ ਅਤੇ 9 ਸਾਲਾਂ ਦੀ ਸਿੱਖਿਆ ਯਾਨੀ ਕਿ ਜੂਨੀਅਰ ਹਾਈ ਸਕੂਲ ਤੱਕ ਦੀ ਪੜ੍ਹਾਈ ਲਾਜ਼ਮੀ ਹੈ। ਅਕੈਡਮਿਕ ਸੈਸ਼ਨ ਅਪ੍ਰੈਲ ਵਿੱਚ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ ਦੇ ਮਾਰਚ ਮਹੀਨੇ ਵਿੱਚ ਖਤਮ ਹੁੰਦਾ ਹੈ। ਇਸ ਦੇ ਇਲਾਵਾ ਕਈ ਅਜਿਹੇ ਸਕੂਲ ਵੀ ਹਨ ਜਿੱਥੇ ਕਿ ਕਿਸੇ ਵੀ ਉਮਰ ਦਾ ਵਿਅਕਤੀ ਦਾਖਲਾ ਲੈ ਸਕਦਾ ਹੈ। ਉਦਾਹਰਨ ਦੇ ਤੌਰ ਤੇ ਜਾਪਾਨੀ ਚਾਹ ਪਾਰਟੀ ਯਾਨੀ ਜੈਪਨੀਜ਼ ਟੀ ਸੈਰੇਮਨੀ ਦੇ ਤੌਰ ਤਰੀਕੇ ਸਿਖਾਉਣ ਦੇ ਸਕੂਲ, ਜਾਂ ਜੈਪਨੀਜ਼ ਐਕੇਬਾਨਾ ਸਕੂਲਸ ਜਿਨ੍ਹਾਂ ਵਿੱਚ ਜਾਪਾਨੀ ਢੰਗ ਨਾਲ ਫੁੱਲਾਂ ਨੂੰ ਸਜਾਉਣ ਦੇ ਢੰਗ ਅਤੇ ਬਣਾਉਟੀ ਫੁੱਲ ਬਣਾਉਣੇ ਵੀ ਸਿਖਾਏ ਜਾਂਦੇ ਹਨ। ਜਾਪਾਨ ਵਿੱਚ ਹਰ ਇੱਕ ਲੜਕੀ ਕਿਸੇ ਨਾ ਕਿਸੇ ਉਮਰ 'ਤੇ ਪਹੁੰਚ ਕੇ ਜਾਂ ਫਿਰ ਜਦੋਂ ਵੀ ਉਸਨੂੰ ਟਾਈਮ ਮਿਲੇ ਇਹਨਾਂ ਸਕੂਲਾਂ ਵਿੱਚ ਟ੍ਰੇਨਿੰਗ ਜ਼ਰੂਰ ਲੈਂਦੀ ਹੈ। ਆਦਮੀ ਵੀ ਇਹਨਾਂ ਸਕੂਲਾਂ ਵਿੱਚ ਦਾਖਲਾ ਲੈ ਸਕਦੇ ਹਨ। ਜਾਪਾਨ ਦੇ ਸੂਸ਼ੀ ਅਤੇ ਸਾਸ਼ੀਮੀ ਸਕੂਲ ਵੀ ਬਹੁਤ ਮਸ਼ਹੂਰ ਹਨ ਜਿੱਥੇ ਔਰਤਾਂ ਤੇ ਮਰਦਾਂ ਨੂੰ ਸੂਸ਼ੀ ਅਤੇ ਸਾਸ਼ੀਮੀ ਬਣਾਉਣ ਦੇ ਤਰੀਕੇ ਸਿਖਾਏ ਜਾਂਦੇ ਹਨ। ਐਡਮਿਨਿਸਟ੍ਰੇਸ਼ਨ ਦੇ ਆਧਾਰ 'ਤੇ ਜਾਪਾਨ ਦੀਆਂ ਯੂਨੀਵਰਸਿਟੀਆਂ 3 ਤਰ੍ਹਾਂ ਦੀਆਂ ਹਨ: ਨੈਸ਼ਨਲ, ਪਬਲਿਕ ਅਤੇ ਪ੍ਰਾਈਵੇਟ। ਸਾਰੀਆਂ ਵਿੱਚ ਪੜ੍ਹਾਈ ਦਾ ਦਰਜਾ ਇੱਕੋ ਜਿਹਾ ਹੀ ਹੈ। ਜਾਪਾਨ ਵਿੱਚ ਕੁੱਲ ਮਿਲਾ ਕੇ 457 ਯੂਨੀਵਰਸਿਟੀਆਂ ਤੇ ਕਾਲਜ ਹਨ ਜਿਨ੍ਹਾਂ ਵਿੱਚੋਂ 95 ਨੈਸ਼ਨਲ, 34 ਪਬਲਿਕ ਅਤੇ 328 ਪ੍ਰਾਈਵੇਟ ਹਨ। ਜੀਓਗ੍ਰਾਫੀਕਲ ਵੰਡ ਦੇ ਹਿਸਾਬ ਨਾਲ ਹਰ ਇੱਕ ਪ੍ਰੀਫੈਕਚਰ ਵਿੱਚ ਇੱਕ ਜਾਂ ਇੱਕ ਤੋਂ ਵੱਧ ਨੈਸ਼ਨਲ ਯੂਨੀਵਰਸਿਟੀਆਂ ਹਨ। ਪਬਲਿਕ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਸਾਰੇ ਜਾਪਾਨ ਵਿੱਚ ਹੀ ਫੈਲੀਆਂ ਹੋਈਆਂ ਹਨ। ਕਈ ਯੂਨੀਵਰਸਿਟੀਆਂ ਸਥਿਤੀ ਦੇ ਲਿਹਾਜ਼ ਨਾਲ ਇੰਡਸਟਰੀਅਲ ਅਤੇ ਟ੍ਰੈਡੀਸ਼ਨਲ ਜ਼ਰੂਰਤ ਨੂੰ ਪੂਰਾ ਕਰਨ ਦੇ ਕੰਮ ਕਰਕੇ ਜਾਣੀਆਂ ਜਾਂਦੀਆਂ ਹਨ। ਸਾਰੀਆਂ ਯੂਨੀਵਰਸਿਟੀਆਂ ਵਿੱਚ ਛਿਮਾਹੀ ਯਾਨੀ ਸਮੈਸਟਰ ਸਿਸਟਮ ਹੈ। ਕੁਝ ਵਿਸ਼ੇ ਪੂਰੇ ਸਾਲ ਵਾਸਤੇ ਵੀ ਪੜ੍ਹਾਏ ਜਾਂਦੇ ਹਨ। ਵਿਸ਼ਿਆਂ ਨੂੰ 4 ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਹਨ ਜਨਰਲ ਐਜੂਕੇਸ਼ਨ ਦੇ ਵਿਸ਼ੇ, ਵਿਦੇਸ਼ੀ ਭਾਸ਼ਾ ਦੇ ਵਿਸ਼ੇ, ਹੈਲਥ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਵਿਸ਼ੇ, ਪ੍ਰੋਫੈਸ਼ਨਲ ਪੜ੍ਹਾਈ ਦੇ ਵਿਸ਼ੇ। ਸਾਰੀਆਂ ਯੂਨੀਵਰਸਿਟੀਆਂ ਵਿੱਚ ਕ੍ਰੈਡਿਟ ਸਿਸਟਮ ਹੈ। ਕ੍ਰੈਡਿਟ ਲੈਣ ਲਈ ਟੈਸਟ ਪਾਸ ਕਰਨਾ ਜ਼ਰੂਰੀ ਹੈ। ਗ੍ਰੈਜੂਏਟ ਡਿਗਰੀ ਲੈਣ ਵਾਸਤੇ ਘੱਟੋ ਘੱਟ 140 ਕ੍ਰੈਡਿਟ ਪਾਸ ਕਰਨੇ ਜ਼ਰੂਰੀ ਹਨ। ਗ੍ਰੈਜੂਏਟ ਸਕੂਲਾਂ ਵਿੱਚ 2 ਸਾਲਾ ਮਾਸਟਰ ਅਤੇ 3 ਸਾਲਾ ਡਾਕਟਰਸ ਕੋਰਸ ਹੈ ਜਿਸ ਵਿੱਚ ਮਾਸਟਰ ਕੋਰਸ ਕਰਨ ਤੋਂ ਬਾਅਦ ਦਾਖਲਾ ਮਿਲਦਾ ਹੈ। ਮੈਡੀਕਲ ਸਾਇੰਸ ਅਤੇ ਡੈਂਟਿਸਟਰੀ ਵਿੱਚ ਮਾਸਟਰ ਕੋਰਸ ਹੈ ਪਰ ਡਾਕਟਰੀ ਦਾ ਕੋਰਸ 4 ਸਾਲਾਂ ਦਾ ਹੈ। ਟੈਕਨੀਕਲ ਕਾਲਜ ਸਾਰੇ ਜਾਪਾਨ ਵਿੱਚ ਸਥਿਤ ਨੇ ਅਤੇ ਉਹ ਆਪਣੇ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਿੱਚ ਪਹਿਲ ਦਿੰਦੇ ਨੇ। ਜਾਪਾਨ ਵਿੱਚ ਚੰਗੇ ਤੇ ਲਾਹੇਵੰਦ ਦਿਨ ਬਿਤਾਉਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਆਪਣੇ ਆਪ ਨੂੰ ਜਾਪਾਨੀ ਵਾਤਾਵਰਨ, ਰਸਮਾਂ ਰਿਵਾਜ ਅਤੇ ਭੋਜਨ ਲਈ ਜਿੰਨੀ ਜਲਦੀ ਹੋ ਸਕੇ ਢਾਲ ਲੈਣਾ ਚਾਹੀਦਾ ਹੈ। ਪੌਣ ਪਾਣੀ। ਜਾਪਾਨ ਦੀ ਸਥਿਤੀ ਟੈਂਪਰੇਟ ਜ਼ੋਨ ਦੇ ਵਿਚਕਾਰ ਹੋਣ ਕਰਕੇ ਜਾਪਾਨ ਦੇ ਟਾਪੂਆਂ ਵਿੱਚ ਆਮ ਤੌਰ 'ਤੇ ਵਾਤਾਵਰਨ ਮਾਈਲਡ ਹੀ ਰਹਿੰਦਾ ਹੈ। ਮੌਸਮਾਂ ਦੀ ਤਬਦੀਲੀ ਸਾਫ਼ ਨਜ਼ਰ ਆਉਂਦੀ ਹੈ। ਜੂਨ, ਜੁਲਾਈ ਅਤੇ ਅਗਸਤ ਗਰਮੀ ਦੇ ਮਹੀਨੇ ਗਿਣੇ ਜਾਂਦੇ ਹਨ। ਦਸੰਬਰ, ਜਨਵਰੀ ਤੇ ਫਰਵਰੀ ਸਰਦੀ ਦੇ ਮਹੀਨੇ ਹਨ। ਇਨ੍ਹਾਂ ਮਹੀਨਿਆਂ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਦੱਖਣੀ ਜਾਪਾਨ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਵਿੱਚ ਥੋੜ੍ਹੀ ਬਹੁਤ ਬਰਫ਼ ਵੀ ਪੈਂਦੀ ਹੈ। ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਬਸੰਤ ਦੇ ਮਹੀਨੇ ਹਨ। ਇਨ੍ਹਾਂ ਮਹੀਨਿਆਂ ਵਿੱਚ ਚੈਰੀ ਯਾਨੀ ਸੈਕੂਰਾ ਦੇ ਦਰਖਤ ਪੂਰੇ ਜ਼ੋਰ 'ਤੇ ਖਿੜਦੇ ਹਨ। ਸਾਰੇ ਪਾਸੇ ਗੁਲਾਬੀ ਫੁੱਲ ਹੀ ਫੁੱਲ ਨਜ਼ਰ ਆਉਂਦੇ ਹਨ। ਲੋਕ ਕੁਦਰਤੀ ਨਜ਼ਾਰੇ ਮਾਣਨ ਲਈ ਚੈਰੀ ਦੇ ਬਾਗਾਂ ਵਿੱਚ ਪਿਕਨਿਕ ਮਨਾਉਣ ਲਈ ਜ਼ਰੂਰ ਜਾਂਦੇ ਹਨ। ਸਤੰਬਰ, ਅਕਤੂਬਰ ਤੇ ਨਵੰਬਰ ਪਤਝੜ ਦੇ ਮਹੀਨੇ ਹਨ। ਇਸ ਰੁੱਤ ਵਿੱਚ ਮੈਪਲ ਦੇ ਦਰਖਤਾਂ ਦੀ ਸੁੰਦਰਤਾ ਵੇਖਣ ਯੋਗ ਹੁੰਦੀ ਹੈ। ਝੜਨ ਤੋਂ ਪਹਿਲਾਂ ਸਾਰੇ ਪੱਤੇ ਲਾਲ ਹੋ ਜਾਂਦੇ ਹਨ। ਕਾਈਟੋ ਤੇ ਮੈਪਲ ਦੇ ਬਾਗ ਦੇਖਣ ਯੋਗ ਹਨ। ਸਰਦੀਆਂ ਵਿੱਚ ਬਰਫ਼ ਦੇ ਸਕੀਇੰਗ ਲਈ ਜਾਣਾ ਤੇ ਗਰਮੀਆਂ ਵਿੱਚ ਸਵਿਮਿੰਗ ਲਈ ਜਾਣਾ ਵੀ ਸਾਰੇ ਜਾਪਾਨ ਵਿੱਚ ਰਿਵਾਜ ਜਿਹਾ ਹੀ ਹੈ। ਜਿਵੇਂ ਕਿ ਜਾਪਾਨੀ ਟਾਪੂ ਉੱਤਰ ਦੱਖਣੀ ਲਾਈਨ ਵਿੱਚ ਸਥਿਤ ਹਨ, ਇਸ ਕਰਕੇ ਇੱਕ ਥਾਂ ਦਾ ਪੌਣ ਪਾਣੀ ਦੂਜੀ ਨਾਲੋਂ ਕਾਫੀ ਵੱਖਰਾ ਹੈ। ਸਭ ਤੋਂ ਉੱਪਰਲੇ ਉੱਤਰੀ ਟਾਪੂ ਹੋਕਾਈਡੋ ਅਤੇ ਸਪਰੋ ਤਕਰੀਬਨ ਸਾਰਾ ਸਾਲ ਹੀ ਬਰਫ਼ ਨਾਲ ਢਕੇ ਰਹਿੰਦੇ ਹਨ। ਹਵਾ ਵਿੱਚ ਨਮੀ ਦੀ ਔਸਤਨ ਮਾਤਰਾ ਤਕਰੀਬਨ 75 ਤੋਂ 80% ਤੱਕ ਰਹਿੰਦੀ ਹੈ। ਜਾਪਾਨੀ ਘਰ। ਜਾਪਾਨ ਵਿੱਚ ਜ਼ਿਆਦਾਤਰ ਘਰ ਲੱਕੜੀ ਦੇ ਬਣੇ ਹੋਏ ਹਨ। ਅੱਜ ਕੱਲ੍ਹ ਦੇ ਬਣੇ ਹੋਏ ਕੁਝ ਘਰ ਪੱਛਮੀ ਸਟਾਈਲ ਦੇ ਵੀ ਹਨ ਤੇ ਕੁਝ ਕੁ ਜਾਪਾਨੀ ਅਤੇ ਪੱਛਮੀ ਸਟਾਈਲ ਮਿਲਾ ਕੇ ਬਣਾਏ ਹੋਏ ਹਨ। ਤੀਜੀ ਤਰ੍ਹਾਂ ਦੇ ਮਕਾਨ ਸਿਰਫ ਬਾਹਰੋਂ ਹੀ ਪੱਛਮੀ ਤਰੀਕੇ ਦੇ ਹਨ, ਅੰਦਰ ਤਾਂ ਟਿਪੀਕਲ ਜਾਪਾਨੀ ਸਟਾਈਲ ਹੀ ਹੈ।
ਕਿਸੇ ਵੀ ਕਮਰੇ ਦਾ ਕੋਈ ਵੱਖਰਾ ਤਾਲਾ ਨਹੀਂ ਹੁੰਦਾ, ਸਾਰੇ ਕਮਰੇ ਇੱਕ ਦੂਜੇ ਵਿੱਚ ਖੁੱਲ੍ਹਦੇ ਹਨ। ਕਮਰਿਆਂ ਦੇ ਵਿੱਚ ਸਲਾਈਡਿੰਗ ਦਰਵਾਜ਼ੇ ਲੱਗੇ ਹੋਏ ਹਨ। ਸਾਰੇ ਕਮਰਿਆਂ ਦੇ ਫਰਸ਼ ਇੱਕ ਮੋਟੇ ਸਟਰਾ ਮੈਟ ਨਾਲ ਢਕੇ ਹੁੰਦੇ ਹਨ, ਜਿਸ ਨੂੰ ਉਹ ਜਾਪਾਨੀ ਭਾਸ਼ਾ ਵਿੱਚ ਤਤਾਮੀ ਕਹਿੰਦੇ ਹਨ। ਉਹ ਕਮਰਿਆਂ ਦੀ ਲੰਬਾਈ ਚੌੜਾਈ ਵੀ ਤਤਾਮੀਆਂ ਦੇ ਹਿਸਾਬ ਨਾਲ ਹੀ ਦੱਸਦੇ ਹਨ। 6 ਤਤਾਮੀਆਂ ਵਾਲਾ ਕਮਰਾ ਇੱਕ ਸਟੈਂਡਰਡ ਕਮਰਾ ਮੰਨਿਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਕਿ ਸਾਰੇ ਕਮਰਿਆਂ ਵਿੱਚ ਸਟਰਾ ਮੈਟ ਵਿਛਿਆ ਹੁੰਦਾ ਹੈ। ਇਸ ਕਰਕੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨਾ ਜ਼ਰੂਰੀ ਹੈ। ਐਂਟਰੈਂਸ ਹਾਲ ਤੇ ਜੁੱਤੀਆਂ ਉਤਾਰ ਕੇ ਘਰ ਪਾਉਣ ਵਾਲੇ ਸਲੀਪਰ ਪਾ ਲੈਂਦੇ ਹਨ। ਘਰ ਦੇ ਵਿੱਚ ਅੱਗੋਂ ਫਿਰ ਬਾਥਰੂਮ ਤੇ ਲੈਟਰਿਨ ਵਿੱਚ ਪਾਉਣ ਵਾਲੇ ਸਲੀਪਰ ਅਲੱਗ-ਅਲੱਗ ਹੁੰਦੇ ਹਨ। ਬਾਥਰੂਮ ਜਾਂ ਲੈਟਰਿਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਵਾਲੇ ਸਲੀਪਰ ਉਤਾਰ ਕੇ ਬਾਹਰ ਰੱਖ ਦੇਵੋ ਤੇ ਬਾਥਰੂਮ ਜਾਂ ਲੈਟਰਿਨ ਵਾਲੇ ਪਾ ਲਵੋ। ਆਉਂਦੇ ਸਮੇਂ ਫਿਰ ਉਹ ਸਲੀਪਰ ਉੱਥੇ ਹੀ ਉਤਾਰ ਦਿਓ ਤੇ ਮੁੜ ਬਾਹਰ ਆ ਕੇ ਪਹਿਲਾਂ ਵਾਲੇ ਪਾ ਲਵੋ। ਜੁੱਤੀਆਂ ਉਤਾਰਨ ਦਾ ਰਿਵਾਜ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਬੈਂਕਾਂ ਤੇ ਬਾਕੀ ਸਾਰੇ ਦਫ਼ਤਰਾਂ ਤੇ ਮੰਦਰਾਂ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਦਫ਼ਤਰ ਪਹੁੰਚ ਕੇ ਵੀ ਸਾਰੇ ਐਂਪਲਾਈਜ਼ ਆਪਣੇ ਬੂਟ ਉਤਾਰ ਕੇ ਆਰਾਮਦਾਇਕ ਸਲੀਪਰ ਪਾ ਲੈਂਦੇ ਹਨ, ਜਿਨ੍ਹਾਂ ਦੀ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ, ਇਸ ਕਰਕੇ ਕਿਸੇ ਨੂੰ ਕੋਈ ਡਿਸਟਰਬੈਂਸ ਨਹੀਂ ਹੁੰਦੀ। ਮੰਦਰਾਂ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੀਆਂ ਜੁੱਤੀਆਂ ਉਤਾਰ ਕੇ ਜਿਸ ਖਾਨੇ ਵਿੱਚ ਰੱਖੋਗੇ ਉੱਥੋਂ ਸਲੀਪਰ ਚੁੱਕ ਕੇ ਪਾ ਲਵੋ। ਸਲੀਪਰ ਪਾ ਕੇ ਮੰਦਰ ਵਿੱਚ ਘੁੰਮੋ ਫਿਰੋ ਤੇ ਫਿਰ ਵਾਪਸ ਸਲੀਪਰ ਉੱਥੇ ਰੱਖ ਕੇ ਆਪਣੇ ਜੋੜੇ ਲੈ ਲਵੋ। ਉੱਥੇ ਮੰਦਰਾਂ ਜਾਂ ਗਿਰਜਾ ਘਰਾਂ ਵਿੱਚ ਜੁੱਤੀਆਂ ਰੱਖਣ ਲਈ ਕੋਈ ਟੋਕਨ ਸਿਸਟਮ ਨਹੀਂ ਹੈ। ਜੁੱਤੀਆਂ ਦੀ ਗੱਲ ਤੋਂ ਯਾਦ ਆਇਆ ਕਿ ਇੱਕ ਵਾਰ ਮੈਂ ਜਾਪਾਨ ਵਿੱਚ ਗੁਰਗਾਬੀ ਖਰੀਦਣ ਜਾਣਾ ਸੀ, ਪਰ ਸਾਰੇ ਓਸਾਕਾ ਸ਼ਹਿਰ ਵਿੱਚ, ਜੋ ਕਿ ਜਾਪਾਨ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ, ਮੈਨੂੰ ਮੇਰੇ ਨਾਪ ਦੀ ਗੁਰਗਾਬੀ ਨਹੀਂ ਮਿਲੀ। ਮੇਰੇ ਅਧਿਆਪਕ ਨੇ ਵੀ ਇਸ ਕੰਮ ਵਿੱਚ ਮੇਰੀ ਕਾਫੀ ਮਦਦ ਕੀਤੀ। ਅਸੀਂ ਇੱਕ ਸਟੋਰ ਤੋਂ ਦੂਜੇ ਸਟੋਰ ਤੱਕ ਜਾਂਦੇ ਰਹੇ। ਦੂਰ ਵਾਲੇ ਸਟੋਰਾਂ ਤੋਂ ਟੈਲੀਫੋਨ ਕਰਕੇ ਪੁੱਛਿਆ ਕਿ ਤੁਹਾਡੇ ਕੋਲ 26.5 ਸੈਂਟੀਮੀਟਰ ਲੰਬਾਈ ਦੀ ਗੁਰਗਾਬੀ ਮਿਲ ਸਕਦੀ ਹੈ, ਪਰ ਹਰ ਇੱਕ ਦਾ ਇੱਕੋ ਹੀ ਸਵਾਲ ਅਤੇ ਜਵਾਬ ਸੀ, ਰੇਡੀਓ ਸੈਜ਼ੂ ਡੇ ਸੂਕਾ, ਕੀ ਇਹ ਜ਼ਨਾਨਾ ਸਾਈਜ਼ ਹੈ? ਦੈਟ ਇਜ਼ ਅਰੀਮਾਸੇਨ ਗੋਮੇਨ ਨਸਈ ਨੇ, ਮਾਫ ਕਰਨਾ, ਸਾਡੇ ਕੋਲ ਇਹ ਨਹੀਂ ਹੈ। ਅਖੀਰ ਕਰ ਮੈਨੂੰ ਭਾਰਤ ਤੋਂ ਹੀ 2 ਜੋੜੇ ਮੰਗਵਾਉਣੇ ਪਏ। ਜਾਪਾਨੀ ਸਰਾਂ। ਰਾਇਕਨ। ਜਾਪਾਨ ਵਿੱਚ ਰਹਿਣ ਲਈ ਤੁਸੀਂ 2 ਬਿਲਕੁਲ ਵੱਖਰੀ ਤਰ੍ਹਾਂ ਦੇ ਹੋਟਲ ਚੁਣ ਸਕਦੇ ਹੋ, ਇੱਕ ਪੱਛਮੀ ਸਟਾਈਲ ਤੇ ਦੂਜੇ ਜਾਪਾਨੀ ਸਟਾਈਲ। ਜਾਪਾਨੀ ਸਟਾਈਲ ਦੇ ਹੋਟਲ ਪੱਛਮੀ ਸਟਾਈਲ ਦੇ ਹੋਟਲਾਂ ਨਾਲੋਂ ਸਸਤੇ ਮਿਲ ਜਾਂਦੇ ਹਨ। ਜਾਪਾਨੀ ਸਟਾਈਲ ਦੇ ਹੋਟਲਾਂ ਵਿੱਚ ਬਿਲਕੁਲ ਜਾਪਾਨੀ ਵਾਤਾਵਰਨ, ਜਾਪਾਨੀ ਬਾਥ ਤੇ ਜਾਪਾਨੀ ਬਿਸਤਰਾ ਮਿਲਦਾ ਹੈ। ਇਨ੍ਹਾਂ ਹੋਟਲਾਂ ਵਿੱਚ ਟਿਪੀਕਲ ਜੈਪਨੀਜ਼ ਹੌਸਪਿਟੈਲਿਟੀ ਵੀ ਮਿਲਦੀ ਹੈ। ਇਸ ਵੇਲੇ ਜਾਪਾਨ ਵਿੱਚ ਤਕਰੀਬਨ 75,000 ਸਰਾਂ ਰਾਇਕਨਸ ਹਨ। ਜਾਪਾਨ ਵਿੱਚ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਵਿੱਚ ਟਿਪ ਦੇਣ ਦਾ ਰਿਵਾਜ ਨਹੀਂ। ਜਾਪਾਨੀ ਬਾਥਰੂਮ। ਜਾਪਾਨੀ ਗੁਸਲਖਾਨਾ ਵੀ ਆਪਣੇ ਆਪ ਵਿੱਚ ਵੱਖਰੀ ਕਿਸਮ ਦਾ ਹੀ ਹੈ। ਗੁਸਲਖਾਨੇ ਦੇ 2 ਹਿੱਸੇ ਹੁੰਦੇ ਹਨ, ਇੱਕ ਪਾਸੇ ਟੱਬ ਤੇ ਦੂਜੇ ਪਾਸੇ ਨਹਾਉਣ ਲਈ ਜਗ੍ਹਾ ਬਣੀ ਹੁੰਦੀ ਹੈ। ਨਹਾਉਂਦੇ ਸਮੇਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਸਾਬਣ ਦਾ ਇਸਤੇਮਾਲ ਨਹਾਉਣ ਵਾਲੀ ਜਗ੍ਹਾ 'ਤੇ ਹੀ ਕਰਨਾ ਹੈ, ਟੱਬ ਵਿੱਚ ਨਹੀਂ। ਟੱਬ ਵਿੱਚੋਂ ਗਰਮ ਪਾਣੀ ਲੈ ਕੇ ਸਰੀਰ ਨੂੰ ਗਰਮ ਪਾਣੀ ਨਾਲ ਗਿੱਲਾ ਕਰਕੇ ਫਿਰ ਸਾਬਣ ਲਗਾਓ। ਬਾਹਰ ਚੰਗੀ ਤਰ੍ਹਾਂ ਸਰੀਰ ਨੂੰ ਸਾਫ਼ ਕਰਕੇ ਫਿਰ ਗਰਮ ਪਾਣੀ ਦੇ ਟੱਬ ਵਿੱਚ ਬੈਠ ਕੇ ਸਰੀਰ ਨੂੰ ਗਰਮੈਸ਼ ਦਿਓ। ਟੱਬ ਵਾਲਾ ਪਾਣੀ ਜਿੰਨਾ ਵੀ ਸਾਫ਼ ਰੱਖ ਸਕੋ ਰੱਖਣਾ ਚਾਹੀਦਾ, ਕਿਉਂਕਿ ਤੁਹਾਡੇ ਤੋਂ ਬਾਅਦ ਬਾਕੀ ਮੈਂਬਰਾਂ ਨੇ ਵੀ ਇਹੀ ਟੱਬ ਵਰਤਣਾ ਹੈ। ਜਾਪਾਨ ਵਿੱਚ ਮਹਿਮਾਨ ਨਿਵਾਜ਼ੀ ਦੇ ਤੌਰ 'ਤੇ ਮਹਿਮਾਨ ਨੂੰ ਸਭ ਤੋਂ ਪਹਿਲਾਂ ਨਹਾਉਣ ਲਈ ਕਿਹਾ ਜਾਂਦਾ ਹੈ। ਸਾਰੇ ਜਾਪਾਨ ਵਿੱਚ ਪਬਲਿਕ ਬਾਥਰੂਮ, ਜਿਨ੍ਹਾਂ ਨੂੰ ਜਾਪਾਨੀ ਭਾਸ਼ਾ ਵਿੱਚ ਸੈਂਟੋ ਕਹਿੰਦੇ ਹਨ, ਵੀ ਬਹੁਤ ਮਸ਼ਹੂਰ ਹਨ। ਪਬਲਿਕ ਬਾਥਰੂਮ ਦੀ ਸ਼ੁਰੂਆਤ 17ਵੀਂ ਸਦੀ ਵਿੱਚ ਹੋਈ। ਪਬਲਿਕ ਬਾਥਰੂਮ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ ਸਿਰਫ ਔਰਤਾਂ ਲਈ, ਸਿਰਫ ਮਰਦਾਂ ਲਈ, ਔਰਤਾਂ ਤੇ ਮਰਦਾਂ ਲਈ ਤੇ ਪਰਿਵਾਰਾਂ ਲਈ। ਇਹਨਾਂ ਬਾਥਰੂਮਾਂ ਵਿੱਚ ਥੋੜ੍ਹੀ ਜਿਹੀ ਫੀਸ ਦੇ ਕੇ ਕੋਈ ਵੀ ਨਹਾ ਸਕਦਾ ਹੈ। ਜੇ ਸਿਰ ਧੋਣਾ ਹੋਵੇ ਤਾਂ ਫੀਸ ਥੋੜ੍ਹੀ ਜਿਹੀ ਜ਼ਿਆਦਾ ਲੱਗਦੀ ਹੈ। ਹਰ ਰੋਜ਼ ਪਬਲਿਕ ਬਾਥ 'ਤੇ ਜਾਣ ਵਾਲੇ ਮੈਂਬਰ ਮਹੀਨੇ ਦੀ ਇਕੱਠੀ ਫੀਸ ਦੇ ਸਕਦੇ ਹਨ, ਨਹੀਂ ਤਾਂ ਫਿਰ ਜਿਸ ਦਿਨ ਜਾਓ ਉਸ ਦਿਨ ਹੀ ਫੀਸ ਦੇ ਦਿਓ। ਇਕੱਲੇ ਰਹਿਣ ਵਾਲੇ ਲੜਕੇ ਤੇ ਲੜਕੀਆਂ ਤਕਰੀਬਨ ਹੀ ਪਬਲਿਕ ਬਾਥ 'ਤੇ ਜਾਂਦੇ ਹਨ, ਕਿਉਂਕਿ ਉਹਨਾਂ ਦੇ ਅਪਾਰਟਮੈਂਟ ਹੀ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਬਾਥਰੂਮ ਹੁੰਦਾ ਹੀ ਨਹੀਂ। ਮੈਂ ਵੀ ਜਦ ਜਾਪਾਨ ਪਹੁੰਚੀ ਸੀ ਅਤੇ ਮੇਰੇ ਅਧਿਆਪਕ ਨੇ ਮੇਰੇ ਲਈ ਅਪਾਰਟਮੈਂਟ ਲੱਭਣਾ ਸੀ, ਤਾਂ ਉਹ ਮੈਨੂੰ ਪੁੱਛਣ ਲੱਗੇ ਕਿ ਤੁਹਾਨੂੰ ਬਾਥਰੂਮ ਵਾਲਾ ਅਪਾਰਟਮੈਂਟ ਚਾਹੀਦਾ ਹੈ ਜਾਂ ਬਿਨਾਂ ਬਾਥਰੂਮ ਤੋਂ। ਬਿਨਾਂ ਬਾਥਰੂਮ ਤੋਂ ਅਪਾਰਟਮੈਂਟ ਸਸਤੇ ਮਿਲ ਜਾਂਦੇ ਹਨ, ਪਰ ਮੈਂ ਸੋਚਿਆ ਬਾਥਰੂਮ ਤੋਂ ਬਿਨਾਂ ਤਾਂ ਰਹਿਣਾ ਹੀ ਮੁਸ਼ਕਲ ਹੋ ਜਾਵੇਗਾ। ਅਪਾਰਟਮੈਂਟ ਤਾਂ ਮੈਂ ਬਾਥਰੂਮ ਵਾਲਾ ਹੀ ਲਿਆ।
ਪਰ ਮੇਰੇ ਦਿਲ ਵਿੱਚ ਹਮੇਸ਼ਾ ਪਬਲਿਕ ਬਾਥਰੂਮ ਤੇ ਜਾਣ ਦੀ ਉਤਸੁਕਤਾ ਬਣੀ ਰਹੀ। ਇੱਕ ਦਿਨ ਮੈਂ ਮੇਰੀ ਇੱਕ ਜਾਪਾਨੀ ਸਹੇਲੀ ਮਿਸ ਟੇਟਸੂਕੋ ਨਾਲ ਪਬਲਿਕ ਬਾਥਰੂਮ ਤੇ ਗਈ। ਇੱਕਦਮ ਦਾਖਲ ਹੁੰਦਿਆਂ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਕਿਵੇਂ ਸਾਰੇ ਇਕੱਠੇ ਹੀ ਨਹਾ ਰਹੇ ਹਨ। ਮੈਂ ਵੀ ਉੱਥੇ ਇਸ਼ਨਾਨ ਕੀਤਾ। ਜਾਪਾਨੀ ਲੋਕ ਇੰਨੇ ਜ਼ਿਆਦਾ ਗਰਮ ਪਾਣੀ ਨਾਲ ਨਹਾਉਂਦੇ ਹਨ ਕਿ ਮੈਨੂੰ ਤਾਂ ਉਸ ਟੱਬ ਵਿੱਚ ਬੈਠਣਾ ਮੁਸ਼ਕਲ ਹੋ ਗਿਆ। ਨਹਾਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਮੈਂ ਤਾਂ ਜ਼ਿਆਦਾ ਗਰਮੀ ਨਾਲ ਬੇਹੋਸ਼ ਹੀ ਹੋ ਗਈ। ਮੇਰੀ ਸਹੇਲੀ ਨੇ ਮੈਨੂੰ ਪੱਖੇ ਕੋਲ ਬਿਠਾਇਆ ਅਤੇ ਕੋਲਡ ਡਰਿੰਕ ਲਿਆ ਕੇ ਦਿੱਤੀ। ਥੋੜ੍ਹੀ ਦੇਰ ਬਾਅਦ ਮੈਂ ਬਿਲਕੁਲ ਠੀਕ ਹੋ ਗਈ। ਉਸ ਤੋਂ ਬਾਅਦ ਮੈਂ ਕਈ ਵਾਰ ਪਬਲਿਕ ਬਾਥਰੂਮ ਗਈ ਅਤੇ ਉੱਥੇ ਜਾ ਕੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਆਪਣੇ ਗੁਆਂਢੀਆਂ ਨਾਲ ਜਾਣ ਪਛਾਣ ਕਰਨ ਦੀ ਇਹੀ ਸਭ ਤੋਂ ਚੰਗੀ ਜਗ੍ਹਾ ਹੈ, ਕਿਉਂਕਿ ਉਂਝ ਤਾਂ ਕਿਸੇ ਕੋਲ ਕਿਸੇ ਦੇ ਘਰ ਆਉਣ ਜਾਣ ਦਾ ਟਾਈਮ ਹੀ ਨਹੀਂ ਹੈ। ਪਬਲਿਕ ਬਾਥਰੂਮ ਤੇ ਜਾਪਾਨੀ ਬੋਲਣ ਦਾ ਵੀ ਕਾਫੀ ਅਭਿਆਸ ਹੁੰਦਾ। ਅਗਲੇ ਭਾਗ ਵਿੱਚ ਅਸੀਂ ਗੱਲ ਕਰਾਂਗੇ ਜਾਪਾਨ ਦੇ ਭੋਜਨ ਤੇ ਕਈ ਹੋਰ ਰਵਾਇਤਾਂ ਬਾਰੇ।